ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ ਜਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਹੋਵੈ ਸਿਫਤ ਖਸਮ ਦੀ ਨੂਰੇ ਅਰਸ਼ੋਂ ਕੁਰਸ਼ੋਂ ਝਟੀਐ ਤੁਧ ਡਿਠੈ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਤੁਧ ਡਿਠੈ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ। ਹਾਜਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਸਾਂਝੀ ਵਾਰਤਾ ਦੇ ਪ੍ਰਤੀਕ ਗੁਰੂ ਗਰੀਬ ਨਵਾਜ ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਸਤ ਸੰਗੀ ਜਨੋ ਸਤਿਗੁਰਾਂ ਨੇ ਅਪਾਰ ਕਿਰਪਾ ਰਹਿਮਤ ਕੀਤੀ ਹੈ। ਸੰਧਿਆ ਵੇਲੇ ਦੇ ਪਾਵਨ ਦੀਵਾਨਾਂ ਅੰਦਰ ਹਾਜ਼ਰੀਆਂ ਲਵਾ ਰਹੇ ਹਾਂ। ਬੜੀ ਹੀ ਪਿਆਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰੱਬੀ ਬਾਣੀ ਆਪ ਜੀ ਨੇ ਕੀਰਤਨ ਰੂਪ ਵਿੱਚ ਸ਼ਰਵਣ ਕੀਤੀ ਹੈ। ਆਓ ਸਮਾਂ ਹੈ ਗੁਰ ਇਤਿਹਾਸਕ ਵਿਚਾਰਾਂ ਦਾ। ਵਿਚਾਰਾਂ ਆਰੰਭ ਕਰਨ ਤੋਂ ਪਹਿਲਾਂ ਆਪ ਸਰਬੱਤ ਸੰਗਤ ਅਸੀਸ ਬਖਸ਼ੋ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੇ ਪਾਵਨ ਜੀਵਨ ਇਤਿਹਾਸ ਦੀ ਵਿਚਾਰ ਆਪਾਂ ਲੜੀਵਾਰ ਤੋਂ ਸਾਂਝੀ ਕਰ ਰਹੇ ਹਾਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਮਾਛੀਵਾੜੇ ਦੇ ਜੰਗਲਾਂ ਵਿੱਚੋਂ ਜਦੋਂ ਨਿਕਲ ਕੇ ਗਨੀ ਖਾਂ ਅਤੇ ਨਬੀ ਖਾਂ ਦੋ ਸਿੱਖ ਮਹਾਰਾਜ ਪਾਤਸ਼ਾਹ ਜੀ ਨੂੰ ਉੱਚ ਦਾ ਪੀਰ ਬਣਾ ਕੇ ਵੱਖ ਵੱਖ ਥਾਵਾਂ ਤੋਂ ਲੈਂਦੇ ਹੋਏ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਆਲਮਗੀਰ ਪਹੁੰਚੇ ਨੇ, ਉਸ ਤੋਂ ਅਗਲਾ ਉਤਾਰਾ ਮਹਾਰਾਜ ਪਾਤਸ਼ਾਹ ਜੀ ਨੇ ਰਾਏਕੋਟ ਦੇ ਰਹਿਣ ਵਾਲੇ ਚੌਧਰੀ ਰਾਏ ਕੱਲੇ ਕੋਲ ਕੀਤਾ ਹੈ। ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਸਿੱਖ ਹੈ ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਾਏ ਕੱਲੇ ਨੂੰ ਉਸ ਸਮੇਂ ਆਖਿਆ ਵੀ ਸਰਹੱਦ ਦੇ ਵਿੱਚ ਜੋ ਘਟਨਾਵਾਂ ਹੋਈਆਂ ਹਨ ਉਹ ਕਿਸ ਤਰ੍ਹਾਂ ਹੋਈਆਂ ਨੇ, ਉਹਨਾਂ ਦਾ ਕਿਸੇ ਤਰੀਕੇ ਪਤਾ ਲਗਾਇਆ ਜਾਵੇ। ਰਾਏ ਕੱਲੇ ਨੇ ਉਸ ਸਮੇਂ ਆਪਣੇ ਇੱਕ ਵਿਸ਼ਵਾਸ ਪਾਤਰ ਮਨੁੱਖ ਨੂੰ ਭੇਜਿਆ ਜਿਹਦਾ ਨਾਂ ਨੂਰਾ ਮਾਹੀ ਹੈ। ਸਰਹੰਦ ਵਿੱਚ ਗਿਆ, ਜਾ ਕੇ ਸਾਰੀ ਖਬਰ ਲੈ ਕੇ ਆਇਆ ਕਿਵੇਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੁੰਦੀ ਹੈ, ਕਿਵੇਂ ਮਾਤਾ ਗੁਜਰ ਕੌਰ ਜੀ ਸ਼ਹੀਦ ਹੁੰਦੇ ਨੇ, ਗੰਗੂ ਨੇ ਕਿਵੇਂ ਧਰੋ ਕਮਾਇਆ, ਸੁੱਚੇ ਨੰਦ ਨੇ ਕਿਵੇਂ ਭਰੀ ਸਭਾ ਦੇ ਵਿੱਚ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਦਾ ਜਿਹੜਾ ਹੈ ਭੈੜੀ ਨੀਤੀ ਜਿਹੜੀ ਅਪਣਾਈ ਏ, ਕਿਵੇਂ ਮਲੇਰਕੋਟਲੇ ਨੇ ਹਾਂ ਦਾ ਨਾਰਾ ਮਾਰਿਆ ਏ, ਕਿਵੇਂ ਸ਼ਹਾਦਤ ਹੋਈ, ਸਾਰੀ ਉਸ ਰੋਂਦੇ ਹੋਏ ਮਾਹੀ ਨੇ ਮਹਾਰਾਜ ਪਾਤਸ਼ਾਹ ਜੀ ਨੂੰ ਉੱਥੋਂ ਦੀ ਸਾਰੀ ਕਹਾਣੀ ਬਿਆਨ ਕੀਤੀ। ਆਖਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਘਾਈ ਦਾ ਬੂਟਾ ਪੁੱਟ ਕੇ ਇਹ ਬਚਨ ਕਰ ਦਿੱਤਾ ਵੀ ਅੱਜ ਤੋਂ ਬਾਅਦ ਕਹਿਣ ਲੱਗੇ ਮੁਗਲ ਹਕੂਮਤ ਦੀ ਜੜ ਪੁੱਟੀ ਗਈ ਹੈ। ਆਖਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਰਾਏ ਕੱਲੇ ਨੂੰ ਅਸੀਸ ਦਿੱਤੀ ਅਤੇ ਰਾਏਕੋਟ ਦਾ ਇਲਾਕਾ ਛੱਡ ਕੇ ਮਹਾਰਾਜ ਦੀਨੇ ਨਗਰ ਵਿੱਚ ਆ ਗਏ। ਦੀਨੇ ਨਗਰ ਦੇ ਵਿੱਚ ਰਾਏ ਜੋਧ ਜੋ ਗੁਰੂ ਹਰਗੋਬਿੰਦ ਮਹਾਰਾਜ ਪਾਤਸ਼ਾਹ ਜੀ ਦਾ ਸਿੱਖ ਸੀ, ਉਹਨੇ ਨਗਰ ਵਸਾਇਆ।
ਉਹਦੇ ਅੱਗੋਂ ਪੋਤਰੇ ਜਿਹੜੇ ਹਨ ਇਸ ਨਗਰ ਵਿੱਚ ਰਹਿੰਦੇ ਨੇ, ਭਾਈ ਲਖੀਰ, ਲਖਮੀਰ, ਤਖਤਮਲ, ਸ਼ਮੀਰ। ਜਦੋਂ ਗੁਰੂ ਪਾਤਸ਼ਾਹ ਜੀ ਦਾ ਆਉਣਾ ਸੁਣਿਆ ਤਾਂ ਉਹਨਾਂ ਨੇ ਬੜੀ ਸੇਵਾ ਕੀਤੀ। ਹਾਲਾਂਕਿ ਵਜ਼ੀਰ ਖਾਂ ਵੱਲੋਂ ਉਹਨਾਂ ਨੂੰ ਚਿੱਠੀ ਲਿਖ ਕੇ ਤਾੜਨਾ ਵੀ ਕੀਤੀ ਗਈ ਵੀ ਤੁਸੀਂ ਗੁਰੂ ਨੂੰ ਗ੍ਰਿਫਤਾਰ ਕਰਵਾ ਦੇਵੋ, ਪਰ ਉਹਨਾਂ ਨੇ ਆਖਿਆ ਅਸੀਂ ਗੁਰੂ ਦੇ ਸੱਚੇ ਸਿੱਖ ਹਾਂ, ਅਸੀਂ ਗੁਰੂ ਨਾਲ ਧਰੋ ਨਹੀਂ ਕਮਾ ਸਕਦੇ, ਧੋਖਾ ਨਹੀਂ ਕਰ ਸਕਦੇ। ਆਖਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਦੀਨੇ ਨਗਰ ਵਿੱਚ ਰਹਿ ਕੇ ਕੁਝ ਸਮਾਂ ਬਤੀਤ ਕੀਤਾ ਅਤੇ ਮਹਾਰਾਜ ਸੱਚੇ ਪਾਤਸ਼ਾਹ ਦੀਨੇ ਤੋਂ ਅੱਗੇ ਫਿਰ ਕੋਟ ਕਪੂਰੇ ਪਹੁੰਚੇ ਨੇ। ਇੱਥੋਂ ਦਾ ਰਹਿਣ ਵਾਲਾ ਕਪੂਰਾ ਚੌਧਰੀ ਸੀ ਅਤੇ ਉਹਦੇ ਕੋਲ ਇੱਕ ਕਿਲ੍ਹਾ ਵੀ ਸੀ। ਸਤਿਗੁਰ ਸੱਚੇ ਪਾਤਸ਼ਾਹ ਕਪੂਰੇ ਕੋਲ ਗਏ। ਕਪੂਰੇ ਨੇ ਵੀ ਕੁਝ ਸਮਾਂ ਸੇਵਾ ਕੀਤੀ, ਪਰ ਸਰਕਾਰ ਤੋਂ ਡਰਦਾ ਹੋਇਆ ਸਤਿਗੁਰ ਪਾਤਸ਼ਾਹ ਜੀ ਨੂੰ ਆਪਣੇ ਕਿਲ੍ਹੇ ਵਿੱਚ ਨਾ ਠਹਿਰਾ ਸਕਿਆ। ਆਖਰ ਸਤਿਗੁਰ ਸੱਚੇ ਪਾਤਸ਼ਾਹ ਜੀ ਕਪੂਰੇ ਨੂੰ ਇੱਕ ਗੱਲ ਆਖਦੇ ਨੇ ਵੀ ਤੇਰੇ ਕੋਲੋਂ ਅਸੀਂ ਕਿਲ੍ਹੇ ਦੀ ਮੰਗ ਨਹੀਂ ਕਰਦੇ ਜਾਂ ਇੱਥੇ ਰੁਕਣ ਦੀ ਮੰਗ ਨਹੀਂ ਕਰਦੇ, ਪਰ ਹਾਂ ਸਾਨੂੰ ਕੋਈ ਯੋਗ ਥਾਂ ਦੱਸ ਦੇ ਜਿੱਥੇ ਆਪਾਂ ਰਹਿ ਕੇ ਟਿਕਾਣਾ ਕਰਕੇ ਅਤੇ ਵਜ਼ੀਰ ਖਾਂ ਜਿਹੜਾ ਫੌਜ ਲੈ ਕੇ ਆ ਰਿਹਾ ਉਹਦੇ ਨਾਲ ਆਪਾਂ ਮੁਕਾਬਲਾ ਕਰ ਸਕੀਏ। ਹੁਣ ਉਹ ਕਪੂਰੇ ਨੇ ਆਖਿਆ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ, ਉਹ ਇੱਥੋਂ ਕੁਝ ਦੂਰੀ ਦੇ ਉੱਤੇ ਇੱਕ ਢਾਬ ਹੈ ਜਿਹਨੂੰ ਖਿਦਰਾਣੇ ਦੀ ਢਾਬ ਆਖਿਆ ਜਾਂਦਾ ਸੀ। ਸਤਿਗੁਰ ਸੱਚੇ ਪਾਤਸ਼ਾਹ ਜੀ ਉਸ ਖਿਦਰਾਣੇ ਦੀ ਢਾਬ ਵੱਲ ਚਾਲੇ ਪਾ ਦਿੰਦੇ ਨੇ। ਇਸ ਸਮੇਂ ਤੱਕ ਸਤਿਗੁਰ ਪਾਤਸ਼ਾਹ ਜੀ ਦੇ ਨਾਲ ਸੈਂਕੜਿਆਂ ਦੇ ਰੂਪ ਵਿੱਚ ਸਿੱਖ ਨੇ। ਇਤਿਹਾਸਕਾਰ ਲਿਖਦੇ ਨੇ ਵੀ ਰਾਹ ਦੇ ਵਿੱਚ ਕੁਝ ਮਝੈਲ ਮਹਾਰਾਜ ਪਾਤਸ਼ਾਹ ਜੀ ਨੂੰ ਮਿਲਦੇ ਨੇ। ਇਹ ਉਹੀ ਮਝੈਲ ਜਿਹੜੇ ਕਦੀ ਸਤਿਗੁਰ ਪਾਤਸ਼ਾਹ ਜੀ ਨੂੰ ਬਿਦਾਵਾ ਦੇ ਕੇ ਆ ਜਾਂਦੇ ਨੇ। ਮਹਾਰਾਜ ਪਾਤਸ਼ਾਹ ਜੀ ਨੂੰ ਆ ਕੇ ਇਹਨਾਂ ਵਿੱਚ ਕੁਝ ਚੌਧਰੀ ਅਤੇ ਕੁਝ ਮਸੰਦ ਵੀ ਨੇ। ਕੁਝ ਲੋਕ ਇਸ ਤਰ੍ਹਾਂ ਦੇ ਹੋਇਆ ਕਰਦੇ ਨੇ ਸਮਾਜ ਦੇ ਵਿੱਚ, ਜਿਨ੍ਹਾਂ ਨੂੰ ਇਹ ਕਹਿ ਲਓ ਸਿੱਧੇ ਤੌਰ 'ਤੇ ਵੀ ਆਪਣੇ ਆਪ ਨੂੰ ਚੌਧਰੀ ਅਖਵਾਉਣ ਦਾ ਬੜਾ ਜਿਹੜਾ ਹੈ ਮਾਣ ਹੁੰਦਾ ਹੈ, ਖਾਹਿਸ਼ ਹੁੰਦੀ ਹੈ ਵੀ ਸਾਨੂੰ ਲੋਕ ਵੱਡੇ ਕਹਿਣ, ਵਡਿਆਉਣ। ਹਾਲਾਂਕਿ ਰੱਬੀ ਬਾਣੀ ਅੰਦਰ ਮਹਾਰਾਜ ਪਾਤਸ਼ਾਹ ਜੀ ਨੇ 3 ਗੁਣਾਂ ਦਾ ਜ਼ਿਕਰ ਕੀਤਾ ਹੈ। ਇੱਕ ਤਮ ਗੁਣ, ਇੱਕ ਸਤ ਗੁਣ, ਇੱਕ ਰਜ ਗੁਣ। ਜਿਹੜੇ ਤਮ ਗੁਣ ਵਾਲੇ ਲੋਕ ਨੇ ਉਹ ਲਾਲਚੀ ਬਿਰਤੀ ਦੇ ਲੋਕ ਹੋਇਆ ਕਰਦੇ ਨੇ, ਜਿਹੜੇ ਲਾਲਚ ਦੇ ਅਧੀਨ ਹੋ ਕੇ ਕੋਈ ਕਾਰਜ ਕਰਦੇ ਨੇ, ਸਵਾਰਥ ਦੇ ਅਧੀਨ ਹੋ ਕੇ ਕਾਰਜ ਕਰਦੇ ਨੇ। ਰਜ ਗੁਣੀ ਉਹ ਲੋਕ ਨੇ ਜਿਹੜੇ ਰਾਜ ਭਾਗ ਦੀ ਖਾਹਿਸ਼ ਰੱਖਦੇ ਨੇ, ਅਤੇ ਜਿਹੜੇ ਸਤੀ ਗੁਣੀ ਲੋਕ ਨੇ, ਸਤ ਗੁਣ, ਐਸੇ ਲੋਕ ਉਹ ਨੇ ਜਿਹੜੇ ਪਾਠ ਪੂਜਾ ਤੇ ਕਰਦੇ ਨੇ, ਪਰ ਉਹਨਾਂ ਦੇ ਪਿੱਛੇ ਮਨਸਾ ਹੁੰਦੀ ਵੀ ਸਾਡੀ ਵੀ ਵਡਿਆਈ ਹੋਵੇ। ਇਹਨਾਂ ਨੂੰ ਸਤ ਗੁਣ ਆਖਿਆ ਜਾਂਦਾ ਹੈ। ਇਹ ਪਾਠ ਵੀ ਕਰਨਗੇ, ਸੇਵਾ ਵੀ ਕਰਨਗੇ, ਪੂਜਾ ਵੀ ਕਰਨਗੇ, ਧਰਮ ਦੇ ਕਾਰਜ ਕਹਿ ਲਓ ਕਰਨਗੇ, ਪਰ ਇਹਨਾਂ ਅੰਦਰ ਇਹ ਹੁੰਦੀ ਵੀ ਕੋਈ ਸਾਨੂੰ ਇਹ ਆਖੇ ਵੀ ਬੜੇ ਚੰਗੇ ਨੇ, ਵੀ ਤੁਸੀਂ ਬੜੇ ਮਹਾਨ ਹੋ, ਇਹ ਖਾਹਿਸ਼ ਹੋਣੀ। ਤਾਂ ਹੀ ਮਹਾਰਾਜ ਨੇ ਇਹਨਾਂ 3 ਗੁਣਾਂ ਤੋਂ ਉੱਤੇ ਉੱਠਣ ਦੀ ਗੱਲ ਕੀਤੀ ਹੈ ਕਿ ਜਿਹੜਾ ਮਨੁੱਖ ਇਹਨਾਂ 3 ਗੁਣਾਂ ਤੋਂ ਉੱਤੇ ਉੱਠ ਕੇ ਚੌਥੇ ਪਦ ਦੀ ਅਵਸਥਾ ਪ੍ਰਾਪਤ ਕਰ ਲੈਂਦਾ ਹੈ, ਉਹ ਅਸਲ ਵਿੱਚ ਪਰਮਾਤਮਾ ਪਰਮੇਸ਼ਰ ਦੇ ਵਿੱਚ ਅਭੇਦ ਹੋ ਜਾਂਦਾ ਹੈ। ਤਾਂ ਜਿਹੜੇ ਸਤੀ ਗੁਣੀ ਲੋਕ ਹਨ ਉਹ ਕੁਝ ਧਾਰਮਿਕ ਬਿਰਤੀ ਦੇ ਹੁੰਦੇ ਨੇ। ਉਹ ਮਝੈਲ ਜਿਨ੍ਹਾਂ ਵਿੱਚ ਕੁਝ ਚੌਧਰੀ ਅਤੇ ਮਸੰਦ ਆਏ ਆਪਣੇ ਆਪ ਨੂੰ ਧਰਮੀ ਖਵਾਉਂਦੇ ਨੇ, ਅਤੇ ਉਹ ਮਹਾਰਾਜ ਪਾਤਸ਼ਾਹ ਜੀ ਕੋਲ ਜਾ ਕੇ ਆਖਦੇ ਨੇ ਵੀ ਸਤਿਗੁਰ ਜੀ ਤੁਸੀਂ ਸਾਡੇ ਕੋਲ ਮਾਝੇ ਚਲੋ, ਮਾਝੇ ਦੇ ਇਲਾਕੇ ਵਿੱਚ ਉੱਥੇ ਤੁਹਾਨੂੰ ਕੋਈ ਡਰ ਨਹੀਂ, ਤੁਸੀਂ ਸਾਡੇ ਕੋਲ ਰਹੋ ਅਤੇ ਅਸੀਂ ਤੁਹਾਡੀ ਸਰਕਾਰ ਦੇ ਨਾਲ ਸੁਲ੍ਹਾ ਕਰਾ ਦੇਵਾਂਗੇ। ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਦੋਂ ਰੋਹ ਵਿੱਚ ਆ ਕੇ ਇਹ ਬਚਨ ਆਖਿਆ ਵੀ ਪਹਿਲਾਂ ਇਹ ਗੱਲ ਦੱਸੋ ਵੀ ਤੁਸੀਂ ਸਿੱਖ ਹੋ ਕਿ ਗੁਰੂ? ਮਹਾਰਾਜ ਅਸੀਂ ਸਿੱਖ ਹਾਂ, ਅਤੇ ਸਿੱਖ ਦਾ ਕੰਮ ਕੀ ਹੁੰਦਾ, ਹੁਕਮ ਕਰਨਾ ਕਿ ਹੁਕਮ ਮੰਨਣਾ? ਉਹਨਾਂ ਆਖਿਆ ਸਤਿਗੁਰੂ ਹੁਕਮ ਮੰਨਣਾ। ਕਹਿ ਲਗੇ ਤੁਸੀਂ ਗੁਰੂ ਨੂੰ ਹੁਕਮ ਕਰ ਰਹੇ ਹੋ। ਦੂਜੀ ਗੱਲ ਮਹਾਰਾਜ ਨੇ ਆਖਿਆ ਵੀ ਭਲਿਓ ਜੇ ਤੁਸੀਂ ਅੱਜ ਇਹ ਗੱਲ ਆਖਦੇ ਹੋ ਵੀ ਅਸੀਂ ਤੁਹਾਡੀ ਔਰੰਗਜ਼ੇਬ ਨਾਲ ਸੁਲ੍ਹਾ ਕਰਾ ਦਿੰਦੇ ਹਾਂ, ਸਰਕਾਰ ਨਾਲ ਸੁਲ੍ਹਾ ਕਰਾ ਦਿੰਦੇ ਹਾਂ, ਅਤੇ ਤੁਸੀਂ ਸਾਡੇ ਨਾਲ ਮਾਝੇ ਵਿੱਚ ਜਾ ਕੇ ਰਹੋ। ਮਹਾਰਾਜ ਨੇ ਆਖਿਆ
उस समय तुसी कित्थे सो जदों लाहौर विच गुरु अर्जन देव महाराज नूं शहीद किया गया सी। तुसी उदों क्यों ना सुलह कराई? उदों क्यों ना रोकिया जाके सरकार नूं? जहांगीर नूं उदों क्यों ना रोकिया? दिल्ली दे विच साडे पिता नूं चांदनी चौक विच शहीद किया गया, 3 सिख सामने शहीद कर दिते गए। तुसी उदों क्यों ना औरंगजेब नाल सुलह कराई, जाके उन्होंने रोकिया भी ये गलत कर रहे हैं? कुछ दिन पहला महाराज आखदे ने मासूम बच्चियां नूं नीहां विच चिण के शहीद कर दिता गया, माता गुजर कौर नूं शहीद किया गया। चमकौर दे विच इन्नी वड्डी जंग हुई, कुछ कु सिंह भुखे ध्याए ते लखां दी फौज चढ़ के आई। तुसी उदों क्यों ना सुलह कराई? महाराज ने आखिया भी जे इहो जे सिख हुंदे ने फिर इहो जे सिखां दी मैनूं लोड़ नहीं, फिर इहो जे सिखां तो बिना ही मैं ठीक है, तुसी जा सकदे हो, तुहाडे एहसान दी गुरु गोबिंद सिंह नूं लोड़ नहीं। मेरा सिख वो है जिहड़ा कहण लगे 1.25 लाख नाल लड़न की ताकत रखता है। वो किसी चौधरी किसी कह लगे हुकूमत सरकार तो डरदा नहीं, वो जुल्म के खिलाफ लड़ता है, वो जालम के खिलाफ आवाज़ चुकता है। हाँ, गरीब की रखिया करता है, वो असल विच माड़े की रखिया करता है, धी बच्ची की रखिया करता है। पर तुहाडे वर्गा मैनूं सिख नहीं चाहिए। आखिर सतगुर सच्चे पातशाह जी इन्नी गल कह के उत्थों तुरे ने खिदराने की ढाब वल। ते गुरु प्यार वालिओ, कुछ कु मझैल जिहड़े सन जिन्हां दी ज़मीर जागी, उन्हां आखिया असीं ते गुरु दे नाल ही जाना है। वो तो गुरु दे नाल मगर मगर तुर पए। पर कुछ चौधरी ते मसंद जिहड़े ये आखदे सन असीं सुलह करा देने, वो घरां नूं चले गए। आखिर सतगुर सच्चे पातशाह जी वो खदराने की ढाब जिथे कदी किसी तपस्वी ने बड़ी तपस्या की सी, उहदे लागे एक बड़ी उच्ची पहाड़ी सी जिन्हों टिब्बी कहा जाता है, उच्ची पहाड़ी। महाराज पातशाह जी ने उस पहाड़ी उत्ते जाके टिकाणा किया। जंगल का इलाका सी सारा। ਸਿੰਘਾਂ ने काम किया। हुण गिनती बहुत थोड़ी है। याद रखना, गुरु गोबिंद सिंह महाराज पातशाह जी ने जिन्नियां भी जंगां कीतियां हमेशा सिंह थोड़े ही रहे ने, कुछ सैकड़े ते हज़ारां लखां नाल मुकाबले। पर वो दीन दुनी दा पातशाह हमेशा चढ़ती कला दे नाल मुकाबला करता रहा। खैर, महाराज सतगुर सच्चे पातशाह जी ने हुक्म किया ਸਿੰਘਾਂ नूं, ਜਿਹੜੀਆਂ चादरां कोल सन, घोड़े दियां काठियां कोल सन, या तन ते पाउण वाले कपड़े कुछ नाल सन, महाराज ने हुक्म किया भी ये सारे दे सारे दरख्तां दे उत्ते पा दिओ। सारे दरख्तां उत्ते पा दिते। उधरों 8000 की फौज सरहंद तो लैके वजीर खां गुरु महाराज नाल जंग करन वास्ते आ गए। उन्हें नाल कोट कपूरा, जिहड़ा कि कपूरा है, उन्होंने भी नाल ले लिया। जिहड़ा अजकल कोट कपूरा ना है ना, ये कोट असल विच एक किला सी, ते उस किले दे नाम ते कपूरे दा वो नगर सी, तां वो कपूरे दे नाम उत्ते कोट कपूरा उस नगर दा नाम पै गया। कपूरे नूं नाल लैके, क्योंकि चौधरी सी। ते सरकार तो एक गल याद रखना, ये जिन्ने भी वड्डे लोग होया करदे ने, इन्हां लोकां नूं एक गल दा भै जरूर रहिंदा है भी किते साडा राज भाग धन दौलत ना चली जावे। कपूरा भी जिहड़ा है, उहदे मन विच एक डर सी भी भावें मैं गुरु गोबिंद सिंह दा शरधालू हाँ, मेरे अंदर गुरु प्रति बड़ा प्रेम है, पर जे किते मैं गुरु जी का साथ दिता तो आ जिहड़ा सारे का सारा राज भाग मेरा ही जांदा रहेगा। इस डर कारण ही उन्हें महाराज का साथ नहीं दिता, तो वो उस समय दे वजीर खां दे नाल तुर पिया। जदों सतगुर सच्चे पातशाह जी नूं पता लग्या तो वजीर खां फौज लैके आउंदा है, पर अगे सिंह फौज जिहड़े ने मोर्चे बना के बैठे सन, तीरां दी बौछार कर दिती। पहले हमले नाल ही वजीर खां जिहड़ा हिल गया। आखिर इस तरह मुकाबला हुंदा रहा। जदों ਸਿੰਘਾਂ कोल तीर मुक गए तां ਸਿੰਘਾਂ ने तलवारां हत्थ विच फड़ियां। 20-20 दे
ਜਥੇ ਜਿਹੜੇ ਨੇ ਸਿੰਘ ਜਿਹੜੇ ਜਥੇ ਦੇ ਰੂਪ ਵਿੱਚ ਆ ਕੇ ਤਲਵਾਰਾਂ ਦੇ ਨਾਲ ਮੁਕਾਬਲਾ ਲੱਗੇ ਕਰਨ। ਸਤਿਗੁਰ ਸੱਚੇ ਪਾਤਸ਼ਾਹ ਜੀ ਵੀ ਉੱਤੋਂ ਇਹ ਸਾਰੇ ਜੰਗ ਨੂੰ ਵੇਖ ਰਹੇ ਨੇ, ਉੱਤੋਂ ਤੀਰਾਂ ਦੀ ਬੌਛਾਰ ਕਰਦੇ ਨੇ। ਹੁਣ ਇੱਧਰੋਂ ਗਰਮੀ ਦਾ ਸਮਾਂ ਬਹੁਤਾ, ਇਤਿਹਾਸਕਾਰ ਲਿਖਦੇ ਨੇ ਵੀ ਪਿਆਸ ਜਿਹੜੀ ਆ ਉਹ ਫੌਜੀਆਂ ਨੂੰ, ਜਿਹੜੇ ਸਿਪਾਹੀ ਸਨ ਉਹਨਾਂ ਨੂੰ ਪਿਆਸ ਲੱਗੀ, ਪਰ ਪਾਣੀ ਨਹੀਂ ਸੀ। ਜਿੱਥੇ ਜੰਗ ਲੜੀ ਜਾ ਰਹੀ ਸੀ, ਜਿੱਧਰੋਂ ਵਜ਼ੀਰ ਖਾਂ ਆਇਆ ਸੀ, ਜੇ ਤੇ ਉਹ ਪਿੱਛੇ ਜਾਂਦਾ ਹੈ ਤੇ 10 ਕੋਹ ਦੂਰ ਪਾਣੀ ਸੀ, ਤੇ ਜੇ ਉਹ ਸਿੱਧਾ ਜਾਵੇ, ਸਿੱਧਾ ਅੱਗੇ ਗੁਰੂ ਪਾਤਸ਼ਾਹ ਜੀ ਸਨ, ਤੇ ਜੇ ਉਹਨੂੰ ਪਾਰ ਕਰਕੇ ਜਾਵੇ ਤੇ 30 ਕੋਹ ਅੱਗੇ ਜਿਹੜਾ ਪਾਣੀ ਸੀ। ਹੁਣ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹਦਾ ਬੜਾ ਲਾਭ ਉਠਾਇਆ ਸੀ ਉਸ ਟਿੱਬੀ ਦਾ। ਸਿੰਘ ਆਖਰ ਲੜਦੇ ਰਹੇ। ਵਜ਼ੀਰ ਖਾਂ ਦੀ ਜਿਹੜੀ ਫੌਜ ਹੈ ਉਹ ਘਬਰਾ ਗਈ, ਡਰ ਗਈ, ਸਿੰਘਾਂ ਦੇ ਅੱਗੇ ਅੜ ਨਾ ਖਲੋਤੀ ਤੇ ਉਹ ਦੌੜ ਗਏ। ਇੱਕ ਪਿਆਸੇ ਸਨ, ਪਾਣੀ ਦੀ ਘਾਟ, ਦੂਜਾ ਉਹ ਸਿੰਘਾਂ ਦੀ ਬਹਾਦਰੀ ਅੱਗੇ ਟਿਕ ਨਾ ਸਕੇ ਤੇ ਵਾਪਸ ਦੌੜ ਗਏ। ਵਜ਼ੀਰ ਖਾਂ ਵੀ ਵਾਪਸ ਦੌੜ ਗਿਆ ਤੇ ਕਪੂਰੇ ਨੇ ਵੀ ਵਜ਼ੀਰ ਖਾਂ ਨੂੰ ਇਹ ਸਲਾਹ ਦਿੱਤੀ ਸੀ ਵੀ ਪਾਣੀ ਜਿਹੜਾ ਅੱਗੇ ਜ਼ਿਆਦਾ ਦੂਰ ਹੈ, ਪਿੱਛੇ ਨੇੜੇ ਹੈ, ਇਸ ਕਰਕੇ ਸਾਨੂੰ ਇੱਥੋਂ ਵਾਪਸ ਚਲੇ ਜਾਣਾ ਚਾਹੀਦਾ। ਤੇ ਨਾਲ ਉਹਨੇ ਇਹ ਵੀ ਗੱਲ ਆਖੀ ਵੀ ਹੋ ਸਕਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਿਹੜੇ ਹਨ ਇੱਥੋਂ ਨਿਕਲ ਗਏ ਹੁਣ ਜਿਵੇਂ ਚਮਕੌਰ ਵਿੱਚੋਂ ਚਲੇ ਗਏ ਸਨ, ਕਿਉਂਕਿ ਕਪੂਰਾ ਅੰਦਰੋਂ ਤੇ ਚਾਹੁੰਦਾ ਸੀ ਵੀ ਇਹ ਜੰਗ ਨਾ ਹੋਵੇ। ਤਾਂ ਵਜ਼ੀਰ ਖਾਂ ਦੀ ਗੱਲ ਮੰਨ ਕੇ ਵਾਪਸ ਚਲਾ ਗਿਆ। ਹੁਣ ਸਤਿਗੁਰ ਸੱਚੇ ਪਾਤਸ਼ਾਹ ਜੀ ਸ਼ਾਹੀ ਟਿੱਬੀ 'ਤੇ ਜਦੋਂ ਬੈਠੇ ਨੇ, ਥੱਲੇ ਦਾ ਮੰਜ਼ਰ ਮਹਾਰਾਜ ਨੇ ਵੇਖਿਆ। ਆਪ ਸਤਿਗੁਰ ਸੱਚੇ ਪਾਤਸ਼ਾਹ ਸ਼ਾਹੀ ਟਿੱਬੀ ਤੋਂ ਥੱਲੇ ਉਤਰਨ ਲੱਗਦੇ ਨੇ। ਸਿੱਖਾਂ ਨੇ ਆਖਿਆ ਸਤਿਗੁਰੂ ਨਹੀਂ, ਇੱਥੋਂ ਤੱਕ ਅਸੀਂ ਕਿਸੇ ਤਰੀਕੇ ਨਾਲ ਮਹਾਰਾਜ ਤੁਹਾਨੂੰ ਜੰਗ ਵਿੱਚੋਂ ਜਾਣ ਤੋਂ ਰੋਕਦੇ ਰਹੇ। ਹੋ ਸਕਦਾ ਕੋਈ ਲੁੱਕ ਕੇ ਦੁਸ਼ਮਣ ਬੈਠਾ ਹੋਵੇ ਤੁਹਾਡੇ 'ਤੇ ਵਾਰ ਕਰ ਦੇਵੇ। ਮਹਾਰਾਜ ਨੇ ਆਖਿਆ ਅੱਜ ਨਾ ਰੋਕਿਓ, ਕਿਉਂਕਿ ਅੱਜ ਮੈਨੂੰ ਕੋਈ ਜਾਨੋਂ ਵੱਧ ਪਿਆਰਾ ਸਿੱਖ ਬੁਲਾ ਰਿਹਾ ਹੈ। ਮਹਾਰਾਜ ਸ਼ਾਹੀ ਟਿੱਬੀ ਤੋਂ ਥੱਲੇ ਉਤਰੇ ਤੇ ਥੱਲੇ ਉਤਰ ਕੇ ਸਿੱਖਾਂ ਨੂੰ ਵੇਖਦੇ ਨੇ ਤੇ ਪਿਆਰ ਕਰਦੇ ਨੇ। ਕਈ ਸਿੱਖ ਸ਼ਹੀਦ ਹੋਏ ਪਏ ਸਨ, ਕਈ ਸਿੱਖ ਜਿਹੜੇ ਹਨ ਉਹ ਅਜੇ ਫੱਟੜ ਜ਼ਖਮੀ ਹੋਏ ਨੇ, ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਉਹਨਾਂ ਸਿੱਖਾਂ ਨੂੰ ਪਿਆਰ ਕਰਦੇ ਨੇ। ਜਿਹੜੇ ਜ਼ਖਮੀ ਨੇ ਉਹਨਾਂ ਦਾ ਇਲਾਜ ਕਰਨ ਦਾ ਮਹਾਰਾਜ ਨੇ ਹੁਕਮ ਦਿੱਤਾ। ਜਿਹੜੇ ਸ਼ਹੀਦ ਹੋ ਗਏ ਉਹਨਾਂ ਦਾ ਸੰਸਕਾਰ ਕਰਨ ਦਾ ਹੁਕਮ ਦਿੱਤਾ। ਸਤਿਗੁਰ ਸੱਚੇ ਪਾਤਸ਼ਾਹ ਜੀ ਭਾਈ ਲੰਗਾ ਦੇ ਭਰਾ ਦੀ ਬੇਟੀ ਜਿਹੜੀ ਹੈ ਮਾਈ ਭਾਗੋ, ਉਹ ਵੀ ਫੱਟੜ ਜ਼ਖਮੀ ਹੋਈ ਪਈ ਹੈ। ਮਹਾਰਾਜ ਪਾਤਸ਼ਾਹ ਜੀ ਨੇ ਮਾਈ ਭਾਗੋ ਨੂੰ ਅਸੀਸ ਦਿੱਤੀ ਤੇ ਉਹਦਾ ਇਲਾਜ ਵੀ ਜਿਹੜਾ ਉਹ ਕਰਨ ਦਾ ਹੁਕਮ ਕੀਤਾ, ਤੇ ਮਾਈ ਭਾਗੋ ਦਾ ਇਲਾਜ ਵੀ ਹੋ ਗਿਆ। ਤੇ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਾਲ ਨੰਦੇੜ ਤੱਕ ਨਾਲ ਹੀ ਰਹੀ, ਤੇ ਉੱਥੇ ਹੀ ਫਿਰ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹੀ ਮਾਨੋ ਉਹਨੇ ਆਪਣਾ ਅੰਤਲਾ ਸਵਾਸ ਲਿਆ ਸੀ। ਅੱਜ ਵੀ ਮਾਈ ਭਾਗੋ ਦਾ ਦੇਹਰਾ ਜਿਹੜਾ ਹੈ ਉਹ ਨੰਦੇੜ ਦੀ ਧਰਤੀ 'ਤੇ ਬਣਿਆ ਹੋਇਆ ਹੈ। ਇੱਕ ਹੋਰ ਪਿਆਰੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਜਿੰਦ ਜਾਨ ਭਾਈ ਮਹਾਂ ਸਿੰਘ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਪੁਕਾਰ ਰਿਹਾ ਹੈ। ਆਖਰ ਸਤਿਗੁਰ ਸੱਚੇ ਪਾਤਸ਼ਾਹ ਜਦੋਂ ਕੋਲ ਗਏ, ਮਹਾਂ ਸਿੰਘ ਨੇ ਅੱਖ ਖੋਲ੍ਹੀ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਿਰ 'ਤੇ ਹੱਥ ਫੇਰਿਆ, ਬਚਨ ਕੀਤਾ, ਮਹਾਂ ਸਿੰਘ ਗੁਰੂ ਤੈਨੂੰ ਕਦੇ ਵੀ ਛੱਡ ਕੇ ਨਹੀਂ ਸੀ ਗਿਆ, ਗੁਰੂ ਤਾਂ ਹਮੇਸ਼ਾ ਤੇਰੇ ਨਾਲ ਹੀ ਸੀ। ਦੂਜੀ ਗੱਲ ਇਹ ਕਿ ਅੱਜ ਜੋ ਤੂੰ ਮੰਗੇਗਾ ਤੈਨੂੰ ਮਿਲੇਗਾ। ਮਹਾਂ ਸਿੰਘ ਨੇ ਆਖਿਆ ਸਤਿਗੁਰੂ ਭੁੱਲ ਕਰਕੇ ਅਸੀਂ ਗਲਤੀਆਂ ਕਰਨ ਵਾਲੇ ਜੀਵ ਹਾਂ, ਅਸੀਂ ਭੁੱਲ ਕੀਤੀ, ਜਦੋਂ ਤੁਹਾਨੂੰ ਲੋੜ ਸੀ ਅਸੀਂ ਤੁਹਾਨੂੰ ਛੱਡ ਆਏ। ਪਰ ਸਤਿਗੁਰ ਸੱਚੇ ਪਾਤਸ਼ਾਹ ਜੀਓ ਕਿਰਪਾ ਕਰੋ, ਜਿਹੜਾ ਬਿਦਾਵਾ ਤੁਹਾਨੂੰ ਲਿਖ ਕੇ ਦਿੱਤਾ ਸੀ ਉਹ ਬਿਦਾਵਾ ਪਾੜ ਦੇਵੋ। ਮਹਾਰਾਜ ਪਾਤਸ਼ਾਹ ਜੀ ਨੇ ਉਹ ਬਿਦਾਵਾ ਪਾੜ ਦਿੱਤਾ। ਇੱਥੇ ਇੱਕ ਮਹਾਂ ਸਿੰਘ ਨੇ ਬੜੀ ਪਿਆਰੀ ਗੱਲ ਆਖੀ ਹੈ। ਮਹਾਂ ਸਿੰਘ ਆਖਦਾ ਸਤਿਗੁਰੂ ਮੇਰੇ ਵਰਗਾ ਸੁਭਾਗਾ ਕੋਈ ਨਹੀਂ ਤੇ ਮੇਰੇ ਵਰਗਾ ਅਭਾਗਾ ਕੋਈ ਨਹੀਂ। ਮਹਾਰਾਜ ਨੇ ਆਖਿਆ ਕਿਵੇਂ? ਸਤਿਗੁਰੂ ਸੁਭਾਗਾ ਮੈਂ ਇਸ ਕਰਕੇ ਆ ਕਿ ਚਮਕੌਰ ਦੀ ਗੜੀ ਵਿੱਚ ਤੁਸੀਂ ਆਪਣੇ ਪੁੱਤਰਾਂ ਨੂੰ ਕਹਿ ਲਗੇ ਇਸ ਤਰ੍ਹਾਂ ਹੀ ਛੱਡ ਆਏ, ਉਹਨਾਂ ਨੂੰ ਤੁਹਾਡੀ ਗੋਦ ਨਸੀਬ ਨਹੀਂ ਹੋਈ, ਨਾ ਹੀ ਉਹਨਾਂ ਦੇ ਤਨ ਉੱਤੇ ਕੋਈ ਕੱਪੜਾ ਪਾਇਆ ਗਿਆ। ਮਹਾਰਾਜ ਤੁਸੀਂ ਇਸ ਤਰ੍ਹਾਂ ਹੀ ਛੱਡ ਕੇ ਆ ਗਏ
ਕਿੰਨਾ ਸੁਭਾਗਾ ਵਾਂ, ਘੱਟੋ ਘੱਟ ਅੰਤਲੇ ਸਵਾਸ ਤੁਹਾਡੀ ਗੋਦ ਵਿੱਚ ਲੈ ਰਿਹਾ ਵਾਂ। ਦੂਜਾ, ਮੇਰੇ ਵਰਗਾ ਅਭਾਗਾ ਕੋਈ ਨਹੀਂ ਸਤਿਗੁਰੂ। ਕਿਉਂ? ਕਿਉਂਕਿ ਜਦੋਂ ਤੁਹਾਨੂੰ ਲੋੜ ਸੀ ਮਹਾਰਾਜ, ਉਦੋਂ ਮੈਂ ਤੁਹਾਨੂੰ ਛੱਡ ਕੇ ਆ ਗਿਆ। ਕਾਸ਼ ਮੈਂ ਉਦੋਂ ਛੱਡ ਕੇ ਨਾ ਆਉਂਦਾ, ਤੁਹਾਡੇ ਚਰਨਾਂ ਵਿੱਚ ਰਹਿੰਦਾ, ਤੇ ਮਹਾਰਾਜ ਅੱਜ ਮੰਜ਼ਰ ਕੁਛ ਹੋਰ ਹੋਣਾ ਸੀ। ਖੈਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਮਹਾਂ ਸਿੰਘ ਨੂੰ ਅਸੀਸ ਦਿੱਤੀ, ਤੇ ਨਾਲ ਹੀ ਉੱਥੇ ਇੱਕ ਬਚਨ ਕੀਤਾ ਕਿ ਭਾਈ ਤੁਸੀਂ ਸਾਰੇ ਦੇ ਸਾਰੇ ਜਿੰਨੇ ਵੀ ਇੱਥੇ ਸ਼ਹੀਦ ਹੋਏ ਹੋ ਸਾਰੇ ਮੁਕਤ ਹੋ। ਨਾਲ ਹੀ ਬਚਨ ਆਖਿਆ, ਇਹ ਧਰਤੀ ਖਿਦਰਾਣੇ ਦੀ ਢਾਬ ਨਹੀਂ, ਅੱਜ ਤੋਂ ਬਾਅਦ ਮੁਕਤਸਰ ਦੇ ਨਾਂ ਨਾਲ ਇਸ ਜਗ੍ਹਾ ਨੂੰ ਪੁਕਾਰਿਆ ਜਾਇਆ ਕਰੇਗਾ। ਨਾਲ ਹੀ ਮਹਾਰਾਜ ਨੇ ਖਿਤਾਬ ਦਿੱਤੇ। ਉਹਨਾਂ ਸਮਿਆਂ ਵਿੱਚ ਖਿਤਾਬ ਦਿੱਤੇ ਜਾਂਦੇ ਸਨ, ਜਿਵੇਂ 10 ਹਜ਼ਾਰੀ, 5 ਹਜ਼ਾਰੀ, 20 ਹਜ਼ਾਰੀ, 15 ਹਜ਼ਾਰੀ। ਮਹਾਰਾਜ ਨੇ ਵੀ ਸਿੱਖਾਂ ਨੂੰ ਖਿਤਾਬ ਦਿੱਤੇ ਸਨ। ਹਾਲਾਂਕਿ ਬਾਅਦ ਵਿੱਚ ਇਹ ਖਿਤਾਬ ਵੱਖ-ਵੱਖ ਰੂਪ ਵਟਾਉਂਦੇ ਰਹੇ। ਅੰਗਰੇਜ਼ ਸਰਕਾਰ ਦੇ ਸਮੇਂ ਸਭ ਤੋਂ ਵੱਡਾ ਖਿਤਾਬ ਵਿਕਟੋਰੀਆ ਕਰਾਸ ਸੀ। ਅੱਜ ਕੱਲ੍ਹ ਸਾਡੇ ਭਾਰਤ ਦੇਸ਼ ਵਿੱਚ ਪਰਮਵੀਰ ਚੱਕਰ ਇਹਨੂੰ ਆਖਿਆ ਜਾਂਦਾ, ਇਸ ਖਿਤਾਬ ਨੂੰ। ਸੋ ਸਮੇਂ-ਸਮੇਂ 'ਤੇ ਖਿਤਾਬ ਭਾਵੇਂ ਬਦਲਦੇ ਰਹੇ, ਪਰ ਗੁਰੂ ਮਹਾਰਾਜ ਵੇਲੇ ਇਹ ਖਿਤਾਬ 10 ਹਜ਼ਾਰੀ, 20 ਹਜ਼ਾਰੀ, 30 ਹਜ਼ਾਰੀ, 40 ਹਜ਼ਾਰੀ। ਕਹਿਣ ਤੋਂ ਮੁਰਾਦ ਇਹ ਸੀ ਵੀ ਜਿੰਨੇ ਕਦਮ ਅੱਗੇ ਸਿੱਖ ਹੋ ਕੇ ਸ਼ਹੀਦ ਹੁੰਦਾ ਸੀ, ਉਹਨੂੰ ਉਨੀ ਹਜ਼ਾਰੀ ਖਿਤਾਬ ਮਹਾਰਾਜ ਵੱਲੋਂ ਦਿੱਤਾ ਜਾਂਦਾ ਸੀ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਸ ਜੰਗ ਦੇ ਵਿੱਚ ਮਹਾਰਾਜ ਨੇ ਬੜੀਆਂ ਬਖਸ਼ਿਸ਼ਾਂ ਸਿੱਖਾਂ 'ਤੇ ਕੀਤੀਆਂ। ਤੇ ਇੱਥੋਂ ਭਾਈ ਮਹਾਂ ਸਿੰਘ ਦੀ ਸ਼ਹੀਦੀ ਅਤੇ ਹੋਰ ਸਿੰਘਾਂ ਦੀ ਸ਼ਹੀਦੀ, ਇਹ ਗੱਲ ਜਿਹੜੀ ਹੈ ਉਹ ਦੂਜੇ ਸਿੱਖਾਂ ਲਈ ਪ੍ਰੇਰਨਾ ਹੈ ਕਿ ਜੇ ਕਿਤੇ ਤੁਹਾਡੇ ਤੋਂ ਭੁੱਲ ਹੋ ਜਾਵੇ ਤੇ ਅੱਜ ਤੁਹਾਨੂੰ ਸ਼ਹੀਦੀ ਪਾਉਣ ਦੀ ਲੋੜ ਨਹੀਂ। ਅੱਜ ਕਲਗੀਧਰ ਪਾਤਸ਼ਾਹ ਜੀ ਦੇ ਅੱਗੇ ਗਲ ਵਿੱਚ ਪੱਲਾ ਪਾ ਕੇ ਹੱਥ ਜੋੜ ਕੇ ਅਰਦਾਸ ਕਰੋ, ਸਤਿਗੁਰੂ ਅਸੀਂ ਜੀਵ ਭੁੱਲਣ ਹਾਰੇ ਆ, ਗਲਤੀਆਂ ਕਰਨ ਵਾਲੇ ਆ, ਕਿਰਪਾ ਕਰੋ ਸਾਡੀ ਝੋਲੀ ਵਿੱਚ ਸਿੱਖੀ ਦੀ ਦਾਤ ਪਾ ਦਿਓ। ਸਾਡੀਆਂ ਭੁੱਲਾਂ ਗਲਤੀਆਂ ਨਾ ਚਿਤਾਰਨਾ। ਹਾਂ, ਰਹਿਮਤ ਭਰੀ ਨਜ਼ਰ ਜੇ ਤੂੰ ਕਰ ਦੇਵੇਂਗਾ, ਜੇ ਤੂੰ ਮਹਾਂ ਸਿੰਘ ਨੂੰ ਬਖਸ਼ ਸਕਦਾ ਹੈ, ਪਾਤਸ਼ਾਹ ਅਸੀਂ ਵੀ ਭੁੱਲਣ ਹਾਰ ਜੀਵੇਂ ਹਾਂ, ਕਿਰਪਾ ਕਰ ਸਾਨੂੰ ਵੀ ਬਖਸ਼ ਦੇ। ਹਾਂ, ਰਹਿਮਤ ਕਰ, ਸਾਡੀ ਝੋਲੀ ਵਿੱਚ ਬਾਣੀ ਦੀ ਦਾਤ ਪਾ ਦੇ, ਅੰਮ੍ਰਿਤ ਦੀ ਦਾਤ, ਸਿੱਖੀ ਦੀ, ਨਾਮ ਦੀ ਦਾਤ ਸਾਡੀ ਝੋਲੀ ਵਿੱਚ ਪਾ, ਰਹਿਤ ਦੀ ਦਾਤ ਪਾ ਮਹਾਰਾਜ, ਤਾਂ ਜੋ ਅਸੀਂ ਵੀ ਇਹ ਅਰਦਾਸ ਜੋ ਕਰਦੇ ਹਾਂ ਸਿੱਖੀ ਕੇਸਾਂ ਸੁਆਸਾਂ ਨਾਲ ਨਿਭੇ। ਮਹਾਰਾਜ ਸਾਡੀ ਵੀ ਸਿੱਖੀ ਕੇਸਾਂ ਸੁਆਸਾਂ ਨਾਲ ਨਿਭ ਜਾਵੇ, ਐਸੀ ਕਿਰਪਾ ਮਹਾਰਾਜ ਦੀ ਹੋਵੇ। ਗੁਰਦੇਵ ਕਿਰਪਾ ਕਰਨ, ਬਖਸ਼ਿਸ਼ ਕਰਨ। ਬਾਕੀ ਇਤਿਹਾਸ ਦੀ ਵਿਚਾਰ ਜਿਹੜੀ ਅਗਲੇ ਦੀਵਾਨਾਂ ਵਿੱਚ ਸਾਂਝੀ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ